ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਸੈਕਟਰੀ ਸਾਹਿਬ ਨੇ ਦੱਸਿਆ ਕਿ ਅੱਜ ਇੱਕ ਜਿਹੜੀ ਮੀਟਿੰਗ ਹੈ ਇਤਿਹਾਸਕ ਮੀਟਿੰਗ ਹੈ। ਇੱਕ ਤਾਂ ਆਪਾਂ ਜਨਰਲ ਮੀਟਿੰਗ ਹਰ ਵਾਰੀ ਕਰਦੇ ਹੀ ਹਾਂ, ਪਰ ਅੱਜ ਦੀ ਮੀਟਿੰਗ ਵਿੱਚ ਬਹੁਤ ਹੀ ਖੁਸ਼ੀਆਂ ਦੇ ਪਲ ਨੇ, ਬਹੁਤ ਖੁਸ਼ੀਆਂ ਆਪਾਂ ਸਾਂਝੀਆਂ ਕਰਨੀਆਂ ਨੇ। ਕਿਤਾਬ ਦਾ ਲੋਕਾਰਪਣ ਦੀ ਗੱਲ ਕੀਤੀ ਹੈ। ਸਾਡਾ ਬੇਟਾ ਜਿਹੜਾ ਪ੍ਰਿੰਸੀਪਲਸ਼ਿਪ ਜਿਹੜਾ ਉਸ ਅਡਾਪਟ ਕੀਤੀ ਹੈ, ਇਹ ਸਭ ਤੋਂ ਬਹੁਤ ਬੜੀ ਖੁਸ਼ੀ ਦੀ ਗੱਲ ਹੈ। ਤੇ ਇਸ ਕਰਕੇ ਅਸੀਂ ਇਹ ਮੀਟਿੰਗ ਦੋ ਫੇਜ਼ 'ਚ ਕਰਨੀ ਹੈ। ਪਹਿਲੇ ਫੇਜ਼ 'ਤੇ ਜਿਹੜਾ ਆਪਾਂ ਮੀਟਿੰਗ ਕਰਦੇ ਹਾਂ ਉਹੀ ਕੁਛ ਹੋਏਗਾ। ਡਾਕਟਰ ਸਾਹਿਬ ਨੇ ਵੀ ਉਹਨਾਂ ਕਮਲਜੀਤ ਨੇ ਉਹਨਾਂ ਨੇ ਐਕਿਊਪ੍ਰੈਸ਼ਰ ਦੀ ਗੱਲ ਕਰਨੀ ਹੈ। ਦੂਜੇ ਹਾਫ ਦੇ ਵਿੱਚ ਆਪਾਂ ਜਿਹੜਾ ਸਮਾਗਮ ਵਾਲੀ ਗੱਲ ਉਦੋਂ ਪੱਤਰਕਾਰ ਵੀ ਆ ਜਾਣਗੇ, ਉਹਨਾਂ ਨੂੰ ਕਿਹਾ ਹੋਇਆ, ਫਿਰ ਉਸ ਹਿਸਾਬ ਨਾਲ ਆਪਾਂ ਕਰਾਂਗੇ। ਤਾਂ ਸ਼ੁਰੂਆਤ ਕਰੀਏ ਆਪਾਂ ਜਿਵੇਂ ਅੱਗੇ ਕਰਦੇ ਹਾਂ ਸੱਚ ਦੀ ਗੱਲ। ਅੱਜ ਦਾ ਮੇਰਾ ਜਿਹੜਾ ਵਿਸ਼ਾ ਹੈ, ਟੌਪਿਕ ਹੈ ਮਨ ਜੀਤੇ ਜਗਜੀਤ। ਆਪਾਂ ਗੁਰਸਿੱਖ ਨਿਤਨੇਮ ਕਰਦੇ ਹਾਂ, ਹਰ ਰੋਜ਼ ਇਹ ਤੁਕਾਂ ਦਾ ਉਚਾਰਨ ਕਰਦੇ ਹਾਂ। ਜਪਜੀ ਸਾਹਿਬ, ਗੁਰੂ ਨਾਨਕ ਸਾਹਿਬ ਜਿਹੜੀ ਪਹਿਲੀ ਬਾਣੀ ਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਹਿਲੀ ਬਾਣੀ ਆ, ਨਿਤਨੇਮ ਦੀ ਵੀ ਪਹਿਲੀ ਬਾਣੀ ਆ, ਉਹਦੇ ਵਿੱਚ ਜਿਹੜੀ ਕਿ ਮੂਲ ਮੰਤਰ ਤੋਂ ਸ਼ੁਰੂ ਹੋ ਕੇ ਸ਼ਲੋਕ ਤੇ ਖਤਮ ਹੁੰਦੀ ਹੈ, ਜੀਵਨ ਜਾਚ ਸਾਨੂੰ ਦੱਸਦੀ ਹੈ। ਔਰ ਇਹ ਕਿਹਾ ਜਾਂਦਾ ਕਿ ਮੂਲ ਮੰਤਰ ਦਾ ਵਿਖਿਆਨ ਜਪਜੀ ਸਾਹਿਬ ਦੇ ਵਿੱਚ ਤੇ ਜਪਜੀ ਸਾਹਿਬ ਦਾ ਸਾਰਾ ਵਿਖਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਔਰ ਆਮ ਕਰਕੇ ਦੂਜੇ ਆਪਾਂ ਪੜਚੋਲ ਕਰੀਏ, ਗੁਰੂ ਗ੍ਰੰਥ ਸਾਹਿਬ ਜਦੋਂ ਲੰਬਾ ਪਾਠ ਆਉਂਦਾ ਜਾਂ 24 ਅਸ਼ਟਪਦੀਆਂ ਦੀ ਗੱਲ ਆਉਂਦੀ ਹੈ ਜਾਂ 40 ਦੀ ਗੱਲ ਆਉਂਦੀ ਹੈ, ਤਾਂ ਇੱਥੇ ਮੂਲ ਮੰਤਰ ਤੇ ਸ਼ਲੋਕ ਨੂੰ ਰਲਾ ਕੇ ਵੀ 40 ਹੀ ਬਣਦੀਆਂ ਨੇ ਪੌੜੀਆਂ। ਪਰ ਪੌੜੀਆਂ ਰੂਪ ਚ 38 ਪੌੜੀਆਂ ਜਪਜੀ ਸਾਹਿਬ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ, ਉਹ ਚੋਂ 28ਵੀਂ ਜਿਹੜੀ ਪੌੜੀ ਆ, ਮੁੰਦਾ ਸੰਤੋਖ ਸਰਬਤ ਧੋੜੀ ਧਿਆਨ ਕੀ ਕਰੇ ਭੂਤ, ਉਹਦੇ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ। ਮਨ ਜੀਤੇ ਜਗਜੀਤ ਦੀ ਜਿਹੜੀ ਆਪਾਂ ਗੱਲ ਕਰਨੀ ਹੈ ਅੱਜ। ਔਰ ਇਹ ਬਾਣੀ ਜਦੋਂ ਗੁਰੂ ਸਾਹਿਬ ਨੇ ਸਿੱਧ ਗੋਸ਼ਟ ਕੀਤੀ ਹੈ, ਜੋਗੀਆਂ ਨੇ ਸਵਾਲ ਜਵਾਬ ਕੀਤੇ ਨੇ, ਤਾਂ ਗੁਰੂ ਸਾਹਿਬ ਨੇ ਉੱਥੇ ਕਲੀਅਰ ਕੀਤਾ ਕਿ ਅਸਲੀ ਜੋਗ ਕੀ ਹੈ। ਮੁੰਦਾਂ ਕਿਹੜੀਆਂ ਪਾਈਏ ਸੰਤੋਖ ਦੀ, ਝੋਲੀ ਕਿਹੜੀ ਲਈਏ, ਸਾਰੀਆਂ ਗੱਲਾਂ ਦੇ ਵਿੱਚ ਆਉਂਦੀਆਂ ਨੇ। ਆਈ ਪੰਥੀ, ਮੈਂ ਜ਼ਿਆਦਾ ਉਹਨੂੰ ਵਿਖਿਆਨ ਨਹੀਂ ਕਰਨਾ ਹੈ ਪੂਰੀ ਪੌੜੀ ਨੂੰ, ਕਿਉਂਕਿ ਟਾਈਮ ਘੱਟ ਤੋਂ ਘੱਟ ਕਰਨਾ। ਉੱਥੇ ਤੋਂ ਕਹਿੰਦੇ ਕਿ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ, ਕਿ ਸਾਰਿਆਂ ਦੇ ਉੱਤੋਂ ਦੀ ਗੱਲ ਕੀ ਆ। ਤੁਹਾਡਾ ਜੋਗ ਕੀਤਾ ਵੀ ਕੋਈ ਮੰਤਵ ਨਹੀਂ ਰੱਖਦਾ, ਸਵਾਹ ਮਲਣੀ ਵੀ ਕੋਈ ਮਤਲਬ ਨਹੀਂ ਰੱਖਦੀ। ਸਵਾਹ ਕਾਹਦੀ ਕਰਨੀ ਹੈ, ਧਿਆਨ ਦੀ ਕਰਨੀ ਹੈ। ਖਿੰਥਾ ਕਿਹੜਾ ਲੈਣਾ, ਮੁੰਦਾ ਕਿਹੜੀਆਂ ਪਾਉਣੀਆਂ ਨੇ। ਉਹਨਾਂ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਸਾਰੀਆਂ ਪੰਥੀਆਂ ਵਾਸਤੇ, ਸਾਰੀਆਂ ਜਮਾਤੀਆਂ ਵਾਸਤੇ ਇੱਕੋ ਹੀ ਗੱਲ ਹੈ ਕਿ ਜੇ ਅਸੀਂ ਮਨ ਨੂੰ ਜਿੱਤ ਲਿਆ ਤਾਂ ਅਸੀਂ ਜੱਗ ਨੂੰ ਜਿੱਤ ਲਿਆ। ਜੱਗ ਜਿੱਤਣ ਦੇ ਇੱਕ ਤਾਂ ਤਰੀਕੇ ਰਾਜੇ ਮਹਾਰਾਜਾ ਨੇ, ਜਿਵੇਂ ਸਿਕੰਦਰ ਨੇ ਜਿੱਤਿਆ ਸੀ, ਜਿੱਤਣਾ ਚਾਹੁੰਦਾ ਸੀ ਪਰ ਜਿੱਤਿਆ ਨਹੀਂ ਸੀ, ਕਿ ਸਾਰੇ ਸੰਸਾਰ ਨੂੰ, ਸਾਰੇ ਜਗਤ ਨੂੰ ਜਿੱਤ ਕੇ ਮੈਂ ਸਾਰੀ ਸ੍ਰਿਸ਼ਟੀ ਦਾ ਰਾਜਾ ਕਹਾਊਂਗਾ, ਸਾਰੇ ਧਰਤੀ ਦਾ ਰਾਜਾ ਕਹਾਊਂਗਾ। ਪਰ ਉਹ ਵਾਪਸ ਨਹੀਂ ਜਾ ਸਕਿਆ, ਰਾਹ 'ਚ ਡੈਥ ਹੋ ਗਈ, ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ। ਪਰ ਗੁਰੂ ਸਾਹਿਬ ਨੇ ਮਨ ਜਿੱਤਣ ਦੀ ਗੱਲ ਕਿਉਂ ਕਹੀ ਹੈ? ਆਮ ਕਰਕੇ ਮੁਹਾਵਰਾ ਸੀ ਕਿ ਜੋ ਬਹੁਤ ਵੱਡਾ ਕੰਮ ਕਰੀ ਉਹਨਾਂ ਲੈ ਵੀ ਇਹਨੇ ਜੱਗ ਜਿੱਤ ਲਿਆ। ਤਾਂ ਇਸ ਕਰਕੇ ਇਹ ਉਹ ਗੱਲ ਹੈ ਕਿ ਮਨ ਜਿੱਤਣ ਨਾਲ ਹੀ ਜੱਗ ਜਿੱਤਿਆ ਜਾਂਦਾ। ਹੁਣ ਮਨ ਕੀ ਹੈ, ਆਪਾਂ ਮਨ ਬਾਰੇ ਸਾਰੇ ਜਾਣਦੇ ਆ ਕਿ ਦਿਮਾਗ ਸਾਡਾ ਜਿਹੜਾ ਸਾਰੇ ਸਰੀਰ ਨੂੰ ਚਲਾਉਂਦਾ। ਕਿ ਪਹਿਲੀ ਕਿਤਾਬ 'ਚ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਉਹ ਇੱਕ ਹਾਰਡਵੇਅਰ ਆ ਕੰਪਿਊਟਰ ਦਾ, ਤੇ ਜਿਹੜਾ ਉਹਦਾ ਸੌਫਟਵੇਅਰ ਆ ਉਹ ਸਾਡਾ ਮਨ ਆ। ਮਨ ਸਾਨੂੰ ਸਾਰਿਆਂ ਨੂੰ ਪਤਾ ਕਿ ਸੂਖਸ਼ਮ ਦੋ ਹੀ ਚੀਜ਼ਾਂ ਦਾ ਸੁਮੇਲ ਆ ਸਾਰੀ ਸ੍ਰਿਸ਼ਟੀ ਦੇ ਵਿੱਚ, ਪਦਾਰਥ ਤੇ ਐਨਰਜੀ ਦਾ। ਕਿਉਂਕਿ ਮਨ ਜਿਹੜਾ ਹੈ ਭਾਵਨਾਵਾਂ ਨੂੰ ਵਿਚਾਰਾਂ ਰਾਹੀਂ ਅਸੀਂ ਪ੍ਰਗਟ ਕਰਦੇ ਹਾਂ, ਤੇ ਸੂਖਸ਼ਮ ਐਨਰਜੀ ਦਾ ਇੱਕ ਰੂਪ ਆ। ਪਰ ਨਾਲ ਦੀ ਨਾਲ ਆਪਾਂ ਸਾਰੇ ਜਾਣਦੇ ਹਾਂ, ਆਪਾਂ ਆਮ ਕਹਿੰਦੇ ਹਾਂ ਜੋ ਬੈਠੇ ਹੁੰਦੇ ਆ ਕਿ ਮਨ ਚੰਚਲ ਬੜਾ, ਮਨ ਭਟਕਦਾ ਰਹਿੰਦਾ, ਮਨ ਟਿਕ ਕੇ ਨਹੀਂ ਬਹਿੰਦਾ। ਤਾਂ ਇਸ ਕਰਕੇ ਮਨ ਨੂੰ ਕਈਆਂ ਨੇ ਇਹ ਵੀ ਤੁਕ ਜੋੜੀ ਆ
ਗੁਰਬਾਣੀ 'ਚ ਨਹੀਂ ਕਿਤੇ ਆਉਂਦਾ, ਪਰ ਜਿਹੜੀ ਅਸੀਂ ਆਮ ਭਾਸ਼ਾ 'ਚ ਕਹਿੰਦੇ ਕਿ ਮਨ ਹਰਾਮੀ ਕੁਝ ਤਾਂ ਢੇਰ, ਇਹ ਮਨਮੁਖਾਂ ਦੀ ਗੱਲ ਹੈ। ਗੁਰਮੁਖ ਨਹੀਂ ਕਹਿੰਦੇ। ਗੁਰਮੁਖ ਤਾਂ ਅਸੀਂ ਇਹ ਕਹਾਂਗੇ ਕਿ ਗੁਰਬਾਣੀ 'ਚ ਆਉਂਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਾਂ ਇੱਕ ਜਗ੍ਹਾ ਆਉਂਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਬਿਰਤ ਪਛਾਣ। ਪਛਾਣਨ ਦੀ ਗੱਲ ਹੈ। ਇੱਕ ਬਾਹਰਲੀ ਦੁਨੀਆ, ਇੱਕ ਅੰਦਰਲੀ ਦੁਨੀਆ। ਸਾਇੰਸ ਬਾਹਰ ਨੂੰ ਜਾਂਦੀ ਹੈ, ਗੁਰਬਾਣੀ ਸਾਨੂੰ ਅੰਦਰ ਨੂੰ ਲੈ ਕੇ ਜਾਂਦੀ ਹੈ ਕਿ ਆਪਣੇ ਅੰਦਰ ਨੂੰ ਪਛਾਣੀਏ, ਤਾਂ ਹੀ ਅਸੀਂ ਮਨ ਨੂੰ ਜਿੱਤ ਸਕਦੇ ਹਾਂ। ਮਨ ਸਾਡਾ ਆਪਾਂ ਜਾਣਦੇ ਹਾਂ ਕਿ ਕਿਉਂਕਿ ਇਹ 'ਚ ਕੋਈ ਸਵਿਚ ਤਾਂ ਹੈ ਨਹੀਂ ਕਿ ਅਸੀਂ ਸਵਿਚ ਆਫ ਕਰ ਦਈਏ ਤੇ ਮਨ, ਇਹਨੇ ਤਾਂ ਕੁਛ ਨਾ ਕੁਛ ਘਟਦਾ ਮੜਦਾ ਕਰੀ ਜਾਣੀਆਂ। ਔਰ ਬੜੀ ਸੋਹਣੀ ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਹੈ ਲੋਹੇ ਦੀ, ਲੋਹਾਰ ਦੀ, ਕਿ ਜਦੋਂ ਲੋਹਾਰ ਗਰਮ ਕਰਕੇ ਲੋਹੇ ਨੂੰ ਢਾਲਦਾ, ਉਹ ਸੰਦ ਬਣਾਉਂਦਾ, ਤਾਂ ਕਦੇ ਉਹਨੂੰ ਕਿਸੇ ਪਾਸੇ ਨੂੰ ਸੰਨੀ ਨਾ ਫੜ ਕੇ ਗੁਰੂ ਸਾਹਿਬ ਨੇ ਉਹਦੀ ਉਦਾਹਰਨ ਲੈ ਕੇ ਕਿਹਾ, ਕਾਇਆ ਆਇਰਨ, ਮਨ ਵਿੱਚ ਲੋਹਾ, ਪੰਜ ਤੱਤ ਅਗਨ ਜਿਹੜੀ ਆ ਉਹ ਲੱਗੀ ਹੋਈ ਆ ਭਈ, ਤਾਂ ਉਹਨੂੰ ਕਿਵੇਂ ਕਰਦੇ ਆ ਅਸੀਂ? ਕੋਲੇ ਪਾਪ ਪੜੇ ਇਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ। ਕਿ ਸਾਡੇ ਮਨ ਨੂੰ ਅਸੀਂ ਉਹਦੇ ਨਾਲ ਤੁਲਨਾ ਕਰਦੇ, ਸੰਨੀ ਉਹਨੇ ਫੜ ਕੇ ਲੋਹੇ ਨੂੰ ਘੁਮਾਉਂਦਾ ਕਿ ਉਹ ਗਲ ਜਾਵੇ, ਗਰਮ ਹੋ ਜਾਵੇ, ਤਾਂ ਕਿ ਔਜ਼ਾਰ ਬਣ ਸਕੇ। ਇਸ ਤਰ੍ਹਾਂ ਹੀ ਸਾਡਾ ਮਨ ਜਿਹੜਾ ਚਿੰਤਾ ਦੀ ਸੰਨੀ ਦੇ ਵਿੱਚ ਫੜਿਆ ਹੋਇਆ, ਚਿੰਤਾ, ਤ੍ਰਿਸ਼ਨਾ, ਹੋਰ ਜਿਹੜੇ ਵਿਕਾਰ ਨੇ ਸਾਨੂੰ ਚੁੰਬੜੇ ਹੋਏ ਨੇ, ਪੰਜੇ ਵਿਕਾਰਾਂ ਦੀ ਅਗਨ ਚੱਲ ਰਹੀ ਹੈ ਥੱਲੇ। ਇਸ ਕਰਕੇ ਸਾਡਾ ਮਨ ਜਿਹੜਾ ਹਰ ਵੇਲੇ ਜਲਦਾ ਰਹਿੰਦਾ, ਭਟਕਦਾ ਰਹਿੰਦਾ, ਕਦੇ ਕਿੱਧਰ ਨੂੰ ਕਦੇ ਕਿੱਧਰ ਨੂੰ। ਤਾਂ ਉਹਦਾ ਟਿਕਾਓ ਕਿਵੇਂ ਆਵੇ, ਆਪਾਂ ਅੱਜ ਦੀ ਇਹ ਗੱਲ ਕਰਨੀ ਹੈ, ਜਿਹੜੀ ਮਨ ਜਿੱਤ ਜਗਜੀਤ ਦੀ ਗੱਲ ਹੈ। ਗੁਰੂ ਸਾਹਿਬ ਨੇ ਕਿਉਂ ਕਿਹਾ ਕਿ ਜੇ ਮਨ ਨੂੰ ਜਿੱਤ ਲਿਆ ਸਭ ਕੁਝ ਜਿੱਤ ਲਿਆ। ਬੁੱਲੇ ਸ਼ਾਹ ਬਾਰੇ ਵੀ ਆਪਾਂ ਸੁਣਦੇ ਹਾਂ ਕਿ ਬੁੱਲੇ ਸ਼ਾਹ ਦਾ ਜਿਹੜਾ ਗੁਰੂ ਸੀ ਉਹ ਮਾਲੀ ਸੀ। ਜਦੋਂ ਬੁੱਲੇ ਨੇ ਕਿਹਾ ਵੀ ਮਨ ਨੂੰ ਕਿਵੇਂ ਟਿਕਾਈਏ, ਮਨ ਨੂੰ ਰੱਬ ਵਾਲੇ ਪਾਸੇ ਕਿਵੇਂ ਲਾਵਾਂ ਮੈਂ, ਤੇ ਮਾਲੀ ਕਹਿੰਦੇ ਉਸ ਵੇਲੇ ਉਹ ਜਿਹੜਾ ਗੁਰੂ ਸੀ ਨਾ, ਉਹ ਆਪਣੀ ਬਗੀਚੀ 'ਚ ਬੂਟੇ ਲਾ ਰਿਹਾ ਸੀ। ਤਾਂ ਉਹਨੇ ਬੜੀ ਸੋਹਣੀ ਉਦਾਹਰਨ ਦੇ ਕੇ ਉਹਨੂੰ ਕਿਹਾ ਕਿ ਬੁੱਲਿਆ, ਮਨ ਦਾ ਕੀ ਸਮਝਾਉਣਾ, ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ। ਸਿਰਫ ਇੰਨੀ ਗੱਲ ਆ। ਗੁਰੂ ਸਾਹਿਬ ਨੇ ਤਾਂ ਸਾਨੂੰ ਇਹ ਵੀ ਨਹੀਂ ਕਿਹਾ ਕਿ ਤੁਸੀਂ ਸੰਸਾਰ ਛੱਡ ਕੇ ਜਾਓ। ਇਹ ਠੀਕ ਆ ਕਿ ਪਰਮਾਤਮਾ ਨੇ ਸਾਡੇ ਉੱਤੇ ਬਹੁਤ ਵੱਡਾ ਇਮਤਿਹਾਨ ਪਾਇਆ। ਜਦੋਂ ਸ੍ਰਿਸ਼ਟੀ ਬਣਾਈ ਆ, ਮਨੁੱਖ ਬਣਾਇਆ ਨਾ, ਉਹਨਾਂ ਨੇ ਇੱਕ ਸਾਡੇ ਤੇ ਇਮਤਿਹਾਨ ਪਾਇਆ, ਜਾਂ ਮਨ ਆ ਨਾ ਚੰਚਲ ਕਿਉਂ ਬਣਾਇਆ ਕਿ ਇਮਤਿਹਾਨ ਨੂੰ ਅਸੀਂ ਪਾਸ ਕਰਨਾ, ਤਾਂ ਮੁਕਤੀ ਵੱਲ ਜਾਵਾਂਗੇ। ਉਹ ਕੀ ਆ ਕਿ ਮਨ ਨੂੰ ਅਸੀਂ ਟਿਕਾਉਣਾ ਹੈ। ਕਿਵੇਂ ਟਿਕਾਉਣਾ ਹੈ? ਉਹ ਟਿਕਾਓ ਅਸੀਂ ਗੁਰੂ ਦੇ ਸ਼ਬਦ ਨਾਲ ਟਿਕਾ ਸਕਦੇ ਹਾਂ, ਹੋਰ ਕੋਈ ਤਰੀਕਾ ਨਹੀਂ, ਕੋਈ ਨਹੀਂ। ਸਾਨੂੰ ਕੋਈ ਟੇਕ ਚਾਹੀਦਾ, ਸਾਨੂੰ ਕੋਈ ਆਧਾਰ ਚਾਹੀਦਾ। ਮੈਂ ਦੋ ਉਦਾਹਰਨਾਂ ਇੱਥੇ ਦਿੰਦਾ ਹੁੰਦਾ। ਸਕੂਲ 'ਚ ਵੀ ਜੋ ਕਈ ਵਾਰ ਲੈਕਚਰ ਦੇਈਦੇ ਆ ਕਿ ਲਾਟੂ ਹੁਣ ਬੱਚੇ ਅੱਗੇ ਲਾਟੂ ਨਾਲ ਖੇਡਦੇ ਹੁੰਦੇ, ਆਪਾਂ ਸਾਰੇ ਜਾਣਦੇ, ਰੱਸੀ ਬੰਨ੍ਹ ਕੇ ਘੁਮਾ ਕੇ ਉਹਨਾਂ ਛੱਡ ਦੇਣਾ। ਲਾਟੂ ਉਹਨਾਂ ਚਿਰ ਹੀ ਘੁੰਮਦਾ ਜਿੰਨਾ ਚਿਰ ਉਹ ਧੁਰੇ ਦੇ ਦੁਆਲੇ ਘੁੰਮਦਾ, ਉਹਨਾਂ ਚਿਰ ਟਿਕਿਆ ਰਹਿੰਦਾ। ਜਦੋਂ ਇਹ ਸਪੀਡ ਘਟ ਜਾਂਦੀ ਹੈ, ਘੁੰਮਣਾ ਬੰਦ ਹੁੰਦਾ, ਇੱਕ ਪਾਸੇ ਨੂੰ ਡਿੱਗ ਪੈਂਦਾ। ਇਸ ਤਰ੍ਹਾਂ ਹੀ ਸਾਡਾ ਮਨ। ਇੱਕ ਹੋਰ ਉਦਾਹਰਨ ਸਿੰਪਲ ਜੀ ਲੈ ਲਓ। ਸਾਈਕਲ ਦਾ ਆਪਾਂ ਚਲਾਉਂਦੇ ਆ, ਜੇ ਪੈਡਲ ਮਾਰਨ ਨੂੰ ਹਟ ਜਾਈਏ ਨਾ ਤਾਂ ਸਾਈਕਲ ਜਾਂ ਤੇ ਡਿੱਗੂ ਜਾਂ ਤੇ ਡਿੱਗੂਗਾ। ਹੁਣ ਸਾਇੰਸ ਵਾਲੇ ਜਾਣਦੇ ਨੇ ਕਿ ਉਹ ਸਟੇਬਲ ਕਿਵੇਂ ਹੁੰਦਾ, ਕਿ ਜਦੋਂ ਅਸੀਂ ਸਾਈਕਲ ਨੂੰ ਪਹੀਏ ਨੂੰ ਗਤੀ ਦਿੰਦੇ ਆ ਨਾ, ਉਹਦੇ ਐਕਸਲ ਤੇ ਇੱਕ ਟਾਰਕ ਬਣਦੀ ਹੈ, ਇਮੈਜਨਰੀ ਟਾਰਕ ਬਣਦੀ ਹੈ, ਜਿਹੜੀ ਉਹਨੂੰ ਬੈਲੈਂਸ ਕਰਦੀ ਹੈ। ਸਰਕਟ 'ਚ ਆਪਾਂ ਦੇਖਦੇ ਹਾਂ ਜਦੋਂ ਤਾਰ ਦੇ ਉੱਤੇ ਜਿਹੜੇ ਜਾਂਦਾ ਨਾ ਐਕਰੋਬੈਟ ਕਰਦੇ ਨੇ, ਤਾਂ ਉਹ ਹੱਥ 'ਚ ਬੜੀ ਸਾਰੀ ਸੋਟੀ ਬੜੀ ਹੁੰਦੀ ਹੈ, ਉਹਨੂੰ ਬੈਲੈਂਸ ਕਰਕੇ ਉਹ ਤਾਰ ਦੇ ਉੱਤੇ ਤੁਰ ਕੇ ਜਾਂਦਾ। ਇਸ ਤਰ੍ਹਾਂ ਹੀ ਸਾਡਾ ਸਾਈਕਲ ਕਿਵੇਂ ਬੈਲੈਂਸ ਹੁੰਦਾ, ਜਦੋਂ ਸਾਡਾ ਉਹਦਾ ਚੱਕਰ ਜਿਹੜਾ ਪਹੀਆ ਉਹ ਗਤੀ ਦੇ ਵਿੱਚ ਹੁੰਦਾ। ਜਦੋਂ ਉਹਦੀ ਗਤੀ ਬੰਦ ਹੋਣੀ ਹੈ, ਉਸੇ ਵੇਲੇ ਉਹਨੇ ਇੱਕ ਪਾਸੇ ਖੱਬੇ ਜਾਂ ਸੱਜੇ ਡਿੱਗ ਪੈਣਾ। ਇਸ ਤਰ੍ਹਾਂ ਸਾਡਾ ਮਨ ਆ, ਇਹਨੇ ਹਰਕਤਾਂ ਤਾਂ ਕਰਨੀਆਂ, ਇਹਨੇ ਵਿਚਾਰ ਤਾਂ ਕਰਨੀ ਆ। ਗੁਰੂ ਨੇ ਕੀ ਕਰਨਾ? ਗੁਰੂ ਦੀ ਤੁਲਨਾ ਅਸੀਂ ਸਟੇਸ਼ਨ ਮਾਸਟਰ ਨਾਲ ਕਰ ਸਕਦੇ ਹਾਂ। ਸਟੇਸ਼ਨ ਮਾਸਟਰ ਕੀ ਕਰਦਾ? ਜੇ ਗੱਡੀ ਨੂੰ ਇੱਕ ਪਟੜੀ ਤੋਂ ਦੂਜੀ ਪਟੜੀ ਤੇ ਪਾਉਣਾ ਹੁੰਦਾ ਤਾਂ ਉਹਦੇ ਕਾਂਟੇ ਵਾਲੇ ਨੂੰ ਆਰਡਰ ਦਿੰਦਾ ਵੀ ਆਹ ਜਿਹੜੀ ਪਟੜੀ ਆ ਇਹਨੂੰ ਬਦਲ ਕੇ ਦੂਜੇ ਪਾਸੇ ਕਰ ਦੇ। ਕਿਉਂਕਿ ਅਸੀਂ ਜਾਣਦੇ ਹਾਂ ਕਿ ਰੇਲ ਗੱਡੀ 'ਚ ਕੋਈ ਸਟੀਅਰਿੰਗ ਨਹੀਂ ਹੁੰਦਾ ਕਾਰ ਦੀ ਤਰ੍ਹਾਂ, ਉਹ ਪਟੜੀ ਦੇ ਹਿਸਾਬ ਨਾਲ ਮੁੜਦੀ ਹੈ, ਪਟੜੀ ਦੇ ਉੱਤੇ ਜਾਂਦੀ ਹੈ। ਠੀਕ ਹੈ, ਤਾਂ ਉਹ ਜਿਹੜਾ ਹੈ ਉਹ ਇੱਕ ਪਟੜੀ ਤੋਂ ਦੂਜੀ ਪਟੜੀ ਤੇ ਗੱਡੀ ਨੂੰ ਪਾ ਦਿੰਦਾ।
ਇਸ ਤਰ੍ਹਾਂ ਹੀ ਸਾਡਾ ਜਿਹੜਾ ਗੁਰੂ ਆ ਨਾ, ਉਹ ਕੀ ਕਰਦਾ, ਜਿਹੜੀ ਸਾਡੀ ਮਨਮੱਤ ਆ, ਅਸੀਂ ਜਿਹੜੇ ਮਨਮੁਖ ਆ, ਜਿਹੜੇ ਰੱਬ ਤੋਂ ਦੂਰ ਆ, ਜਦੋਂ ਅਸੀਂ ਗੁਰੂ ਦੇ ਚਰਨਾਂ ਜਾਂਦੇ ਆ, ਇੱਕ ਸ਼ਬਦ ਵੀ ਆਉਂਦਾ ਨਾ, ਮਨ ਵਿੱਚ ਸਤਿਗੁਰ ਕੇ ਪਾਸ ਜਿਸ ਸੇਵਕ ਕੇ ਕਾਰਜ ਰਾਸ। ਸੁਖਮਨੀ ਸਾਹਿਬ ਚ ਅਸੀਂ ਪੜ੍ਹਦੇ ਆ। ਮਨ ਵੇਚਣ ਦੀ ਗੱਲ ਕਿਉਂ ਕਹੀ ਆ ਕਿ ਜਦੋਂ ਕੋਈ ਚੀਜ਼ ਖਰਾਬ ਹੋ ਜਾਵੇ ਨਾ, ਆਪਣਾ ਮਨ ਕਰਦਾ ਕਾਰ ਖਰਾਬ ਨੂੰ ਵੇਚ ਦਈਏ, ਤਾਂ ਉਹਨੇ ਕਿਹਾ ਵੀ ਗੁਰੂ ਕੋਲੋਂ ਵੇਚੋ। ਜਦੋਂ ਗੁਰੂ ਕੋਲ ਵੇਚਣ ਜਾਂਦੇ ਆ, ਗੁਰੂ ਕੋਲ ਸਾਨੂੰ ਸਮਝਾਉਂਦਾ ਕਿ ਭਾਈ ਵੇਚਣ ਦੀ ਲੋੜ ਨਹੀਂ, ਇਹਨੂੰ ਆ ਜਾ ਮੈਂ ਤੈਨੂੰ ਠੀਕ ਕਰਕੇ ਦੇ ਦੇਣਾ, ਇਹ ਬਹੁਤ ਸੋਹਣਾ ਚੱਲੂਗਾ। ਤਾਂ ਗੁਰੂ ਫਿਰ ਕੀ ਕਰਦਾ, ਉਹਨੂੰ ਪਟੜੀ ਉਹਦੀ ਬਦਲ ਦਿੰਦਾ, ਮਨ ਮੁਕਤ ਉਹਨੂੰ ਗੁਰਮੁਖ ਬਣਾ ਦਿੰਦਾ, ਉਹਨੂੰ ਨਾਮਦਾਨ ਦਿੰਦਾ, ਨਾਮ ਦੀ ਜੁਗਤੀ ਦੱਸਦਾ ਕਿ ਅਸੀਂ ਕਿਵੇਂ ਸਿਮਰਨ ਕਰਨਾ। ਕਿਉਂਕਿ ਸਾਰੀ ਆਪਾਂ ਏਕ ਓਂਕਾਰ ਤੋਂ ਲੈ ਕੇ 18 10 20 ਤੱਕ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਆ, ਉੱਥੇ ਇੱਕੋ ਹੀ ਗੱਲ ਆ ਕਿ ਨਾਮ ਦੀ ਇੰਪੋਰਟੈਂਸ ਸੀਗੀ। ਕਲਯੁਗ ਦੇ ਵਿੱਚ ਨਾਮ ਹੀ ਆਧਾਰ। ਕਿਤੇ ਜਪ ਕਰਦੇ ਸੀ, ਕਿਤੇ ਤਪ ਕਰਦੇ, ਧੂਣੀਆਂ ਥਾਪਦੇ ਸੀ, ਪਰ ਕਲਯੁਗ ਦੇ ਵਿੱਚ ਇੱਕੋ ਹੀ ਆਧਾਰ। ਸੋ ਜੇ ਅਸੀਂ ਜੀਵਨ ਦੇ ਵਿੱਚ ਜੇ ਚਾਹੁੰਦੇ ਹਾਂ ਕਿ ਸਾਡਾ ਮਨ ਟਿਕਾਓ ਚ ਆਵੇ, ਭਟਕਣਾ ਸਾਡੀ ਖਤਮ ਹੋਵੇ, ਅਸੀਂ ਸ਼ਾਂਤ ਹੋਈਏ, ਤਾਂ ਸਾਨੂੰ ਗੁਰਮਤਿ ਅਖਤਿਆਰ ਕਰਨੀ ਪਊਗੀ, ਗੁਰਸਿੱਖ ਬਣਨਾ ਪਊਗਾ। ਜੋ ਗੁਰੂ ਸਾਨੂੰ ਕਹਿੰਦਾ ਉਹਦੇ ਲੜ ਲੱਗਣਾ ਪਊਗਾ। ਗੁਰੂ ਨੇ ਸਾਨੂੰ ਵਿਧੀ ਦੱਸਣੀ ਹੈ, ਕਿਉਂਕਿ ਸਹਿਜ ਅਵਸਥਾ ਗੁਰੂ ਦੇ ਦੱਸੇ ਬਗੈਰ ਨਹੀਂ ਆਉਂਦੀ। ਕਰਮੀ ਸਹਿਜ ਨਾ ਉਪਜੇ, ਜਦੋਂ ਆਪਾਂ 18ਵੀਂ ਪੌੜੀ ਪੜ੍ਹਦੇ ਹਾਂ, ਉਹ 'ਚ ਅਖੀਰ ਤੇ ਆਉਂਦਾ, ਕਹੋ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ, ਇਹ ਸਹਿਜ ਸਾਹਿਬ ਜਾਏ। ਤਾਂ ਗੁਰੂ ਦੀ ਕਿਰਪਾ ਤੋਂ ਬਗੈਰ ਸਾਨੂੰ ਸਹਿਜ ਨਹੀਂ ਮਿਲਣਾ, ਤੇ ਸਹਿਜ ਤੋਂ ਮਿਲ ਬਗੈਰ ਸਾਡੀ ਜਿਹੜੀ ਆ ਮਨ ਸ਼ਾਂਤ ਨਹੀਂ ਹੋਣਾ। ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਨ ਸ਼ਾਂਤ ਹੋਵੇ, ਅਸੀਂ ਮੁਕਤੀ ਵੱਲ ਨੂੰ ਵਧੀਏ, ਅਸੀਂ ਦੁਨੀਆ 'ਚ ਰਹਿੰਦੇ ਹੋਏ, ਕਿਉਂਕਿ ਆਨੰਦ ਸਾਹਿਬ ਚ ਆਉਂਦਾ ਵੀ ਪੇਟ 'ਚ ਜਿਹੋ ਜਿਹੀ ਅਗਨ ਆ ਨਾ, ਮਾਤਾ ਦੇ ਪੇਟ 'ਚ ਉਹੀ ਬਾਹਰ ਮਾਇਆ, ਇੱਕੋ ਜਿਹੀ ਨੇ, ਕੋਈ ਫਰਕ ਨਹੀਂ ਹੈ। ਉਹ ਮਾਇਆ ਤੋਂ ਕਿਵੇਂ ਬਚਣਾ, ਇਹੀ ਗੁਰੂ ਦਾ ਮਾਰਗ ਆ, ਇਹੀ ਸਿੱਖੀ ਦਾ ਮਾਰਗ ਆ। ਤੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਜੰਗਲਾਂ ਜਾ ਕੇ ਬਹਿ ਜਾਓ, ਧੂਣੀਆਂ ਥਾਪੋ। ਸਿੱਧਾਂ ਨੂੰ ਵੀ ਉਹਨਾਂ ਨੇ ਇਹੀ ਗੱਲ ਸਮਝਾਈ ਆ ਕਿ ਤੁਸੀਂ ਇੱਥੇ ਬਹਿ ਕੇ ਸੁਆਹ ਮਲ ਕੇ ਬੈਠੇ ਹੋ, ਤੁਸੀਂ ਆਹ ਕਰੀ ਜਾਂਦੇ ਹੋ, ਡਰਾਮੇਬਾਜ਼ੀ ਦਾ ਕੋਈ ਫਾਇਦਾ ਨਹੀਂ ਹੈ। ਚਲੋ ਤੁਸੀਂ ਜੇ ਗੇਨ ਵੀ ਕਰ ਲਿਆ ਤਾਂ ਦੁਨੀਆ ਨੂੰ ਕੀ ਸੁੱਖ ਹੋਊਗਾ? ਤੁਸੀਂ ਆਪਦੇ ਲਈ ਚਲੋ ਪਰਮਾਰ ਕਰ ਲਿਆ ਸਿੱਧ, ਦੁਨੀਆ ਨੂੰ ਕੀ ਦੇਣਾ ਤੁਹਾਡੇ? ਇਸ ਕਰਕੇ ਪਹਾੜਾਂ ਤੋਂ ਥੱਲੇ ਉਤਰੋ, ਜੋ ਤੁਸੀਂ ਗੇਨ ਕੀਤਾ ਲੋਕਾਂ 'ਚ ਵੰਡੋ। ਤੇ ਇਸ ਕਰਕੇ ਅਖੀਰ ਤੇ ਮੈਂ ਇਹੀ ਗੱਲ ਕਰਕੇ ਸਮਾਪਤੀ ਕਰੂੰਗਾ ਕਿ ਗੁਰੂ ਸਾਹਿਬ ਸਾਨੂੰ, ਪੂਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਇਹੀ ਦੱਸਦਾ ਕਿ ਮਨ ਸਾਡਾ ਚੰਚਲ, ਉਹਨੂੰ ਟਿਕਾਓ 'ਚ ਲਿਆਉਣ ਦਾ ਇੱਕੋ ਹੀ ਤਰੀਕਾ ਕਿ ਅਸੀਂ ਨਾਮ ਨਾਲ ਜੁੜੀਏ, ਤਾਂ ਕਿ ਸਾਨੂੰ ਸਹਿਜ ਪ੍ਰਾਪਤ ਹੋਵੇ। ਜੇ ਸਹਿਜ ਪ੍ਰਾਪਤ ਹੋ ਗਿਆ ਤਾਂ ਮਨ ਜੀਤੇ ਜਗ ਜੀਤ ਵਾਲੀ ਗੱਲ ਜਿਹੜੀ ਬਿਲਕੁਲ ਸਹੀ ਹੋ ਜਾਣੀ ਆ। ਸਾਰਿਆਂ ਦਾ ਧੰਨਵਾਦ। ਅੱਗੇ ਆਓ ਜੀ।